ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਸੰਯੁਕਤ ਮੋਰਚੇ ਵੱਲੋਂ ਕੋਈ ਵੱਡਾ ਪੀਸਫੁਲ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸਰਕਾਰ ਪਹਿਲਾਂ ਹੀ ਉਸ ਨੂੰ ਫੁਆਇਲ ਕਰਨ ਲਈ, ਫੇਲ ਕਰਨ ਲਈ ਪਹਿਲਾਂ ਹੀ ਸਾਜ਼ਿਸ਼ਾਂ ਬਣਾ ਲੈਂਦੀ ਹੈ। ਇਹ ਤੁਹਾਡੇ ਸਾਹਮਣੇ ਹੈ ਕਿ 26 ਤਰੀਕ ਨੂੰ ਇਕੱਲਾ ਚੰਡੀਗੜ੍ਹ ਦੀ ਰਾਜਧਾਨੀ ਨਹੀਂ ਬਲਕਿ ਸਾਰੇ ਦੇਸ਼ ਦੇ ਵਿੱਚ ਸਾਰੀਆਂ ਰਾਜਧਾਨੀਆਂ ਦੇ ਵਿੱਚ ਖੇਤੀ ਬਚਾਓ ਔਰ ਲੋਕਤੰਤਰ ਬਚਾਓ ਦਿਵਸ ਮਨਾਉਣ ਦਾ ਸੱਦਾ ਸੀ। ਔਰ ਪੀਸਫੁਲ ਜੋ ਅਸੀਂ ਰੋਜ਼ ਪੱਤਰ ਮੈਮੋਰੈਂਡਮ ਨਹੀਂ, ਨਾ ਯਾਦ ਪੱਤਰ ਸਨ, ਉਹ ਨਾ ਮੰਗ ਪੱਤਰ ਸਨ, ਉਹ ਰੋਜ਼ ਪੱਤਰ ਅਸੀਂ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਦੇਣੇ ਸੀ ਥਰੂ ਗਵਰਨਰ। ਇਹ ਰੋਜ਼ ਜਤਾਉਣ ਲਈ ਕਿ 7 ਮਹੀਨਿਆਂ ਤੋਂ ਜਿਹੜਾ ਸੰਘਰਸ਼ ਹੈ ਉਹ ਦਿੱਲੀ ਦੇ ਬਾਰਡਰਸ ਦੇ ਉੱਪਰ ਚੱਲ ਰਿਹਾ ਹੈ ਔਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਪ੍ਰੈਜ਼ੀਡੈਂਟ ਭਾਵੇਂ ਸਿੰਬੋਲਿਕ ਹੈਡ ਹੈ, ਉਹ ਦੇਸ਼ ਦਾ ਰਾਸ਼ਟਰਪਤੀ ਹੈ, ਉਸ ਨੂੰ ਅਸੀਂ ਉਹਨਾਂ ਰਾਹੀਂ ਰੋਜ਼ ਪੱਤਰਾਂ ਰਾਹੀਂ ਇਹ ਕਨਵੇ ਕਰਨਾ ਸੀ ਕਿ ਤੁਸੀਂ ਹੁਕਮ ਕਰੋ ਮੋਦੀ ਸਰਕਾਰ ਨੂੰ ਕਿ ਉਹ ਕਿਸਾਨਾਂ ਦੀ ਮੰਗਾਂ ਫੌਰੀ ਪ੍ਰਵਾਨ ਕਰੇ, ਖੇਤੀ ਕਾਨੂੰਨ ਰੱਦ ਕਰੇ, MSP ਦੇ ਕਾਨੂੰਨ ਬਣਾਵੇ, ਸੈਂਕੜੇ ਕਿਸਾਨਾਂ ਤੇ ਜਿੰਨੇ ਝੂਠੇ ਕੇਸ ਸਿੰਘਵੀ ਹੋਣ, ਟਿਕਰੀ ਹੋਣ, ਗਾਜ਼ੀਪੁਰ ਹੋਣ, ਇੱਥੇ ਹੋਣ, ਸਾਰਿਆਂ ਦੇ ਉੱਪਰ ਲੀਕ ਫੇਰੇ, ਸਾਰੇ ਕੇਸ ਵਾਪਸ ਕਰੇ। ਜੇ ਕੋਈ ਕਿਸਾਨ ਅੰਦਰ ਬੰਦ ਹੈ ਉਹਨੂੰ ਰਿਹਾ ਕੀਤਾ ਜਾਏ। ਇਹ ਸਾਡੀਆਂ ਬਰੀਫ ਦੇ ਵਿੱਚ ਮੰਗਾਂ ਸਨ, ਇਹ ਸਾਡੀਆਂ ਬਰੀਫ ਦੇ ਵਿੱਚ ਮੰਗਾਂ ਸਨ। ਪਰ ਮੈਂ ਹੁਣ ਬੇਨਤੀ ਕਰਦਾ ਕਿ ਜੋ 26 ਤਰੀਕ ਨੂੰ ਚੰਡੀਗੜ੍ਹ ਹੋਇਆ, ਮੋਹਾਲੀ ਅੰਬ ਸਾਹਿਬ ਵਿਖੇ ਲੱਖਾਂ ਲੋਕਾਂ ਦਾ ਇਕੱਠ ਹੈ ਜਿਹੜਾ ਸਾਡੀ ਉਮੀਦ ਤੋਂ ਕਈ ਗੁਣਾ ਵੱਧ ਆਪ ਮੁਹਾਰੇ, ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਰੋਸ, ਬਹੁਤ ਵੱਡਾ ਗੁੱਸਾ ਸਰਕਾਰ ਦੀ ਨੀਤੀਆਂ ਦੇ ਖਿਲਾਫ ਹੈ। ਉਹ ਲੋਕ ਉੱਥੇ ਆਏ ਔਰ ਸ਼ਾਂਤਮਈ ਪ੍ਰਦਰਸ਼ਨ ਹੈ ਜਿਹੜਾ ਉਹ ਅਸੀਂ ਸ਼ੁਰੂ ਕਰਨਾ ਸੀ ਰਾਜ ਭਵਨ ਨੂੰ। ਇੱਕ ਦਿਨ ਪਹਿਲਾਂ ਹੋਈ ਮੀਟਿੰਗ ਦੇ ਵਿੱਚ, ਜਿਹਦੇ ਵਿੱਚ ਬੈਦਵਾਨ ਸਾਹਿਬ ਵੀ ਹਾਜ਼ਰ ਸਨ, ਚੰਡੀਗੜ੍ਹ ਦਾ ਪ੍ਰਸ਼ਾਸਨ, ਮੋਹਾਲੀ ਦਾ ਪ੍ਰਸ਼ਾਸਨ, ਦੋਨਾਂ ਦੇ SSP ਤੇ ਦੂਜੇ ਅਧਿਕਾਰੀ ਮੌਜੂਦ ਸਨ। ਉਹਦੇ ਵਿੱਚ ਇਹ ਸਪਸ਼ਟ 5 ਮੈਂਬਰੀ ਕਮੇਟੀ ਨੇ ਕਹਿ ਦਿੱਤਾ ਸੀ ਕਿ ਇਹ ਪ੍ਰਦਰਸ਼ਨ ਪੀਸਫੁਲ ਰਹੇਗਾ, ਰਾਜ ਭਵਨ ਤੱਕ ਜਾਣਾ ਹੈ ਔਰ 32 ਕਿਸਾਨ ਜਥੇਬੰਦੀਆਂ ਦੇ ਸਤਿਕਾਰਯੋਗ ਆਗੂ ਜਿਹੜੇ ਹੋਣਗੇ ਉਹ ਇੱਕ ਗਵਰਨਰ ਨੂੰ ਰੋਸ ਪੱਤਰ ਦੇਣਗੇ। ਇਸ ਲਈ ਮੈਂ ਕੈਟੇਗੋਰਿਕਲੀ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਦੇ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਾਣਾ, ਕਿਸੇ ਕਿਸਮ ਦਾ ਵੀ, ਕਿਉਂਕਿ ਬੜੇ ਸਾਲਾਂ ਤੋਂ ਬਾਅਦ 2009 ਤੋਂ ਬਾਅਦ ਕਿੰਨੇ ਸਾਲ ਹੋ ਗਏ ਨੇ, 12 ਸਾਲ UT ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਚੰਡੀਗੜ੍ਹ 'ਚ ਐਂਟਰ ਨਹੀਂ ਹੋਣ ਦਿੱਤਾ ਹੈ। ਇਹ ਵੀ ਬੜਾ ਉਹਨਾਂ ਦਾ ਗੈਰ ਸੰਵਿਧਾਨਕ ਜਮਹੂਰੀ ਕਦਮ ਸੀ। ਇਸ ਲਈ ਕਿਹਾ ਸੀ ਵੀ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਹੈ, ਪੰਜਾਬ ਦੇ ਲੋਕ ਆਪਣੀ ਰਾਜਧਾਨੀ 'ਚ ਆਉਣਗੇ, ਪੀਸਫੁਲ ਢੰਗ ਨਾਲ ਆਉਣਗੇ, ਪਰ ਤੁਸੀਂ ਉਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਪ੍ਰੋਵੋਕੇਸ਼ਨ ਤੁਹਾਡੇ ਵੱਲੋਂ ਹੋਵੇ, ਕੋਈ ਐਸਾ ਮਿਹਰਬਾਨੀ ਨਾ ਕਰਨਾ। ਤੇ ਇਹੀ ਕਿਹਾ ਸੀ, ਇਸ ਤੋਂ ਵੱਧ ਨਹੀਂ। ਅਸੀਂ ਬਿਲਕੁਲ ਟੋਟਲ ਪੀਸਫੁਲ ਹੋਵਾਂਗੇ, ਸਾਡੇ ਵੱਲੋਂ ਕੋਈ ਕਿਸੇ ਕਿਸਮ ਦੀ ਵਧੀਕੀ ਨਹੀਂ ਹੋਏਗੀ। ਔਰ ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਤੁਸੀਂ ਸਾਰੀ ਪ੍ਰੈਸ ਨੇ ਦੇਖਿਆ ਕਿ ਮਾਰਚ ਹੈ ਜਿਹੜਾ ਪੀਸਫੁਲ ਚੱਲਿਆ, ਉਸ ਨੂੰ ਬਿਨਾਂ ਕਿਸੇ ਉਸ ਤੋਂ ਬੈਰੀਕੇਡ ਲਾ ਕੇ, ਪਾਣੀ ਦੀ ਵਿਛਾਣਾ ਕਰਕੇ ਕਿਸਾਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਉੱਥੋਂ ਜਦੋਂ ਮਾਰਚ ਚੱਲਿਆ, ਭਾਵੇਂ ਉਹ ਰਾਜ ਭਵਨ ਤੱਕ ਆਉਂਦਾ, ਕਿਸੇ ਇੱਕ ਪਾਸੇ ਸੜਕ ਤੋਂ ਸੱਜੇ ਖੱਬੇ ਪਾਸੇ ਕੋਈ ਕਿਸੇ ਸ਼ਹਿਰੀ ਨੂੰ ਕੋਈ ਤੋੜਪਨ, ਕਿਸੇ ਸਰਕਾਰੀ ਮੁਲਾਜ਼ਮ ਦੀ ਕੋਈ ਜਿਹੜੀ ਸਰਕਾਰੀ ਡਿਊਟੀ ਹੈ ਉਸ ਦੇ ਵਿੱਚ ਕੋਈ ਵਿਘਨ, ਕਿਸੇ ਨੂੰ ਕੋਈ ਚੋਟ ਫੇਟ, ਕੁਛ ਨਹੀਂ ਹੋਇਆ। ਐਡਾ ਮੈਂ ਕਹਿੰਦਾ ਪੀਸਫੁਲ ਲੱਖਾਂ ਲੋਕਾਂ ਦਾ ਪ੍ਰਦਰਸ਼ਨ ਹੈ ਜਿਹੜਾ ਚੰਡੀਗੜ੍ਹ ਕਦੇ ਹੋਇਆ ਨਹੀਂ। ਪਰ ਫਿਰ ਵੀ ਸਾਨੂੰ ਹੈਰਾਨੀ ਹੋਈ। ਅਸੀਂ ਉੱਥੇ ਜਿੱਥੇ ਸਾਨੂੰ ਰੋਕਿਆ ਉਹਨਾਂ ਨੇ ਜਾ ਕੇ ਪ੍ਰੈਸ ਚੌਕ ਦੇ ਵਿੱਚ, ਉੱਥੇ ਰੋਕ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹਨਾਂ ਰਾਹੀਂ ਗਵਰਨਰ ਨੂੰ ਆਪਣਾ ਰੋਸ ਪੱਤਰ ਦਿੱਤਾ। ਔਰ ਜੋ ਚੰਡੀਗੜ੍ਹ SSP ਸਾਹਿਬ ਦੀ ਆਈ ਅਗਲੇ ਦਿਨ ਅਖਬਾਰਾਂ ਦੇ ਵਿੱਚ, ਉਸ ਤੋਂ ਲੱਗਦਾ ਸੀ ਕਿ ਉਹ ਹਾਲਾਤ ਨੂੰ ਇਸ ਤਰ੍ਹਾਂ ਨਹੀਂ ਮੁੜਾ ਦੇਣਗੇ ਜਿਸ ਤਰ੍ਹਾਂ ਕਿ ਦਿੱਤਾ। ਉਸ ਤੋਂ ਇਹ ਲੱਗਦਾ ਸੀ। ਉਹਨਾਂ ਨੇ ਬੜਾ ਸੋਹਣਾ ਕਿਹਾ ਵੀ ਕਿਸਾਨਾਂ ਨੇ ਬੜਾ ਕੋਆਪਰੇਟ ਕੀਤਾ ਹੈ ਔਰ ਪੁਲਿਸ ਮੁਲਾਜ਼ਮਾਂ ਨੇ ਵੀ ਬੜਾ ਮਿਲਵਰਤਨ ਦਿੱਤਾ ਹੈ, ਕੋਆਪਰੇਟ ਕੀਤਾ ਹੈ। ਇਸ ਕਿਸਮ ਦੀ ਕੋਈ ਗੱਲ ਹੋਈ ਨਹੀਂ ਹੈ, ਤਾਂ ਬੜਾ ਪੀਸਫੁਲ ਲੰਘ ਗਿਆ। ਪਰ ਹੈਰਾਨੀ ਹੋਈ ਜਦੋਂ ਅਗਲੇ ਦਿਨ ਅਖਬਾਰਾਂ 'ਚ ਪੜ੍ਹਿਆ, ਰਾਤ ਨੂੰ ਹੀ ਸੋਸ਼ਲ ਮੀਡੀਆ 'ਚ ਆਇਆ ਕਿ 5 FIR ਸੰਗੀਨ ਧਾਰਾਵਾਂ ਤਹਿਤ 147, 148, 149, 186, 188, 332, 353, 427, 341 ਜਿਹੜਾਂ ਦੇ ਵਿੱਚ ਜ਼ਿਆਦਾ ਨੌਨ ਅਵੇਲੇਬਲ ਨੇ।
ਉਹਨਾਂ 'ਚ ਕਿਸੇ ਸਰਕਾਰੀ ਮੁਲਾਜ਼ਮ ਨੂੰ ਕੋਈ ਸੱਟ ਨਹੀਂ ਮਾਰੀ, ਕਿਸੇ ਸਰਕਾਰੀ ਮੁਲਾਜ਼ਮ ਦੀ ਕੋਈ ਵਰਦੀ ਨਹੀਂ ਪਾੜੀ, ਕੋਈ ਕਿਸੇ ਕਿਸਮ ਦਾ ਕਿਸੇ ਪਾਸੇ ਵਿਘਨ ਨਹੀਂ ਪਿਆ। ਪਰ ਫਿਰ ਵੀ ਇਹ ਪਰਚੇ 5 ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਮੁੱਖ ਕਿਸਾਨ ਆਗੂ ਉਹਨਾਂ ਦੇ ਖਿਲਾਫ ਦਰਜ ਕੀਤੇ। ਸੈਕਟਰ 3 ਦੇ ਪੁਲਿਸ ਸਟੇਸ਼ਨ ਦੇ ਵਿੱਚ ਸਾਡੇ ਬਲਦੇਵ ਸਿੰਘ ਸਿਰਸਾ ਉਹਨਾਂ ਖਿਲਾਫ ਪਰਚਾ ਦਰਜ ਹੋਇਆ। ਸੈਕਟਰ 36 ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ 2 ਪਰਚੇ ਦਰਜ ਹੋਏ, ਜਿਹੜਿਆਂ ਦੇ ਵਿੱਚ ਕਈ ਮੁੱਖ ਆਗੂ ਹਾਜ਼ਰ ਨੇ। 117 FIR, 118 FIR, 118 FIR ਦੇ ਵਿੱਚ ਮੇਰੇ ਨਾਮ ਸਮੇਤ ਪ੍ਰੇਮ ਸਿੰਘ ਭੰਗੂ, ਬਲਜੀਤ ਸਿੰਘ, ਕਾਕਾ ਸਿੰਘ, ਸੁਰੇਸ਼ ਚੰਦਰ, ਬਲਵਿੰਦਰ ਸਿੰਘ ਰਾਜੂ ਤੇ ਸਾਡੇ ਹਰਮੀਤ ਸਿੰਘ ਕਾਦੀਆਂ, ਇਹ ਵੀ ਇਹਦੇ ਵਿੱਚ ਸ਼ਾਮਲ ਨੇ। ਇਹ ਪਰਚਾ 118 ਨੰਬਰ FIR ਸੈਕਟਰ 36 ਦੇ ਪੁਲਿਸ ਸਟੇਸ਼ਨ ਦਰਜ ਕੀਤੀ। ਇਸ ਤਰ੍ਹਾਂ ਦੂਜੀ FIR ਸੈਕਟਰ 36 ਦੇ ਪੁਲਿਸ 117 ਨੰਬਰ, ਉਹ ਸਾਡੇ ਆਗੂਆਂ ਕਾਕਾ ਸਿੰਘ, ਸਤਨਾਮ ਸਿੰਘ ਅਜਨਾਲਾ, ਮੇਜਰ ਸਿੰਘ ਰੰਧਾਵਾ ਉਨੇਵਾਲੇ ਵੈਸੇ, ਅਵਤਾਰ ਸਿੰਘ, ਕਮਲਜੀਤ ਸਿੰਘ ਤੇ ਬਲਦੇਵ ਸਿੰਘ, ਇਹਨਾਂ ਖਿਲਾਫ ਦਰਜ ਕੀਤੀ। ਤੇ 2 FIR ਸੈਕਟਰ 17 ਦੇ ਪੁਲਿਸ ਸਟੇਸ਼ਨ, ਜਿਹੜੀ FIR ਨੰਬਰ 95 ਹੈ, ਇਹ ਜਸ ਬਾਜਵਾ ਤੇ ਸੋਨੀਆ ਮਾਨ ਦੇ ਖਿਲਾਫ ਹੈ, ਜਿਹੜੇ ਇੱਕ ਸਿੰਗਰ ਨੇ ਜਾਂ ਸੋਸ਼ਲ ਐਕਟਿਵਿਸਟ ਨੇ, ਉਹਨਾਂ ਦੇ ਖਿਲਾਫ ਹੈ। ਇਸ ਤਰ੍ਹਾਂ ਹੀ FIR ਨੰਬਰ 94 ਇਹ ਸਾਡੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਲਖਵੀਰ ਸਿੰਘ ਉਰਫ ਲੱਖਾ ਸਦਾਣਾ, ਇਹ ਦੋਵਾਂ ਦੇ ਖਿਲਾਫ ਹੈ। ਬਾਕੀ ਆਦਰਸ ਲਿਖਿਆ ਹੈ, ਪਰ 22 ਨੇ ਦੋਵਾਂ ਦੇ ਖਿਲਾਫ ਹੈ। ਹੁਣ ਬੇਨਤੀ ਅਸੀਂ ਇਹ ਕਰਨੀ ਹੈ ਤੁਹਾਡੇ ਰਾਹੀਂ ਵੀ ਇਹਨਾਂ ਦੇ ਅੰਦਰ ਜੋ ਅਫੈਂਸ ਲਾਏ ਨੇ, ਪਹਿਲਾਂ ਤਾਂ ਕਿਸੇ ਨੇ ਉਹ ਐਕਟ ਨਹੀਂ ਕੀਤਾ। ਇਹਨਾਂ ਦੇ ਜੋ ਮਤਲਬ ਇਹ ਹੈ ਵੀ ਸ਼ਹਿਰ 'ਚ 144 ਸੀ। ਮੈਂ ਇੱਕ ਐਡਵੋਕੇਟ ਹਾਂ ਹਾਈ ਕੋਰਟ ਦਾ, ਮੈਨੂੰ ਚੰਡੀਗੜ੍ਹ ਮੈਂ ਰਹਿੰਦਾ, ਮੈਨੂੰ ਪਤਾ ਹੈ ਵੀ ਸ਼ਹਿਰ 'ਚ 144 ਦੀ ਕੋਈ ਮਨਿਆਦੀ ਨਹੀਂ ਹੋਈ। ਉਹ ਪਰਮਲਗੇਟ ਕਰਨੀ ਪੈਂਦੀ ਹੈ, ਉਹਦੀ ਅਨਾਉਂਸਮੈਂਟ ਕਰਨੀ ਪੈਂਦੀ ਹੈ, ਕਈ ਥਾਵਾਂ ਤੇ ਪੋਸਟਰ ਵੀ ਲਾਣੇ ਪੈਂਦੇ ਨੇ, ਕਿਤੇ ਨਹੀਂ ਸੀ। ਸਹੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ, ਸਾਨੂੰ ਕਿਸੇ ਨੇ ਕਨਵੇ ਨਹੀਂ ਕੀਤਾ 144 ਵੀ ਹੈ, ਪਰ ਫਿਰ ਵੀ 188 ਲਾਇਆ ਵੀ ਤੁਸੀਂ ਉਸ ਨੂੰ ਉਲੰਘਣਾ ਕੀਤੀ ਹੈ। ਕੋਈ ਰਾਈਟਿੰਗ ਨਹੀਂ ਕੀਤੀ, ਕਿਸੇ ਕੋਲ ਕੋਈ ਹਥਿਆਰ ਨਹੀਂ ਸੀ, ਕੋਈ ਹੋਰ ਨਹੀਂ ਸੀ। ਇਹ ਕਹਿਣਾ FIR 'ਚ ਗਲਤ ਹੈ ਕਿ ਲੈਸ ਹੋ ਕੇ ਹਥਿਆਰ ਲੈ ਕੇ ਹੋਰ ਕੀਤਾ। ਕੋਈ ਇੱਕ ਦਿਖਾਵੇ ਚੰਡੀਗੜ੍ਹ ਦਾ ਨਾਗਰਿਕ, ਕੋਈ ਪੁਲਿਸ, ਤੁਸੀਂ ਉੱਥੇ ਹਾਜ਼ਰ ਸੀ ਕਿ ਕਿਸੇ ਕੋਲ ਕੋਈ ਕਿਰਪਾਨ ਹੋਵੇ, ਕਿਸੇ ਕੋਲ ਕੋਈ ਹਥਿਆਰ ਹੋਵੇ, ਕਿਸੇ ਕੋਲ ਕੁਝ ਨਹੀਂ ਸੀ। ਸਾਰੇ ਆਪਣੇ ਪੈਦਲ ਸੀ ਜਾਂ 1-2 ਟਰੈਕਟਰਾਂ ਤੇ ਸਾਰੇ ਪੀਸਫੁਲ ਝੰਡੇ ਲਾ ਕੇ ਜਾ ਰਹੇ ਸੀ। ਕਿਸੇ ਨੇ ਕੋਈ ਐਸਾ ਪ੍ਰੋਵੋਕੇਟਿਵ ਨਾਰਾ ਨਹੀਂ ਲਾਇਆ। ਔਰ ਦੂਜਾ ਜੋ FIR ਦਾ ਵਰਸ਼ਨ ਹੈ ਵੀ ਸਰਕਾਰੀ ਮੁਲਾਜ਼ਮਾਂ ਨੂੰ ਫੜ ਕੇ ਉਹਨਾਂ ਦੀ ਵਰਦੀ ਪਾੜ ਦਿੱਤੀ ਗਈ, ਉਹਨਾਂ ਦੀ ਨੇਮ ਪਲੇਟ ਤਾਰੀਆਂ, ਉਹਨਾਂ ਨੂੰ ਸੱਟਾਂ ਮਾਰੀਆਂ। ਇੱਕ ਮੈਡੀਕਲ ਐਗਜ਼ਾਮੀਨੇਸ਼ਨ ਮੈਂ ਕਹੂੰਗਾ ਕੋਈ ਐਡਮਿਨਿਸਟ੍ਰੇਸ਼ਨ ਦਿਖਾਵੇ ਜਿਸ ਨੂੰ ਪੁਲਿਸ ਵਾਲੇ ਨੂੰ ਕੋਈ ਸੱਟ ਲੱਗੀ ਹੋਵੇ, ਵਰਦੀ ਪੱਟੀ ਹੋਵੇ। ਟੋਟਲ ਝੂਠੀਆਂ FIR, ਫੇਕ FIR, ਕਿਸਾਨਾਂ ਨੂੰ ਪ੍ਰਵੋਕ ਕਰਨ ਦੇ ਲਈ। ਸੋ ਅਸੀਂ ਕਿਹਾ ਸੀ ਵੀ ਤੁਸੀਂ ਸਾਨੂੰ ਪ੍ਰਵੋਕ ਨਾ ਕਰੋ। ਇਹ ਪ੍ਰਵੋਕ ਕਰਨ ਵਾਲੀ ਕਾਰਵਾਈ ਹੈ, ਪਰ ਫਿਰ ਵੀ ਜਿਹੜਾ ਕਿਸਾਨ ਅੰਦੋਲਨ ਨਾਲ ਸ਼ਾਂਤਮਈ ਹੈ। ਸਾਡੇ ਨਾਲ ਸਿੰਘੂ ਵੀ ਬੜਾ ਕੁਝ ਹੋਇਆ, ਇੱਥੇ ਬੜਾ ਕੁਝ ਸਰਕਾਰ ਕਰ ਰਹੀ ਹੈ। ਅਸੀਂ ਇਸ ਨੂੰ ਪੀਸਫੁਲ ਰੱਖਣਾ ਹੈ, ਪੀਸਫੁਲ ਰੱਖ ਕੇ ਇਸ ਦੇ ਵਿੱਚ ਉਹ ਕਰਨਾ ਹੈ। ਸੋ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਐਕਟ ਹੈ ਇਹ ਸਰਕਾਰ ਦਾ, ਇਹ ਟੋਟਲ ਅਨਡੈਮੋਕ੍ਰੈਟਿਕ ਹੈ, ਅਨਕਨਸਟੀਟਿਊਸ਼ਨਲ ਹੈ, ਇਲੀਗਲ ਹੈ। ਕਿਉਂਕਿ ਪਿਛਲੇ ਦਿਨਾਂ ਦੇ ਵੀ ਤੁਸੀਂ ਸਾਰਿਆਂ ਨੇ ਦੇਖਿਆ, ਆਨਰੇਬਲ ਸੁਪਰੀਮ ਕੋਰਟ ਨੇ ਵੀ, ਦਿੱਲੀ ਹਾਈ ਕੋਰਟ ਨੇ ਵੀ ਦਿਸ਼ਾ ਰਵੀ ਦੇ ਕੇਸ ਦੇ ਵਿੱਚ, ਨਤਾਸ਼ਾ ਉਹਨਾਂ ਦੇ ਕੇਸ ਦੇ ਵਿੱਚ ਬੜਾ ਸਪਸ਼ਟ ਕਿਹਾ ਕਿ ਪੀਸਫੁਲ ਪ੍ਰੋਟੈਸਟ ਕਰਨਾ, ਪ੍ਰਦਰਸ਼ਨ ਕਰਨਾ, ਇਹ ਫੰਡਾਮੈਂਟਲ ਡੈਮੋਕ੍ਰੈਟਿਕ ਰਾਈਟ ਹੈ। ਇਸ ਤੇ ਤੁਸੀਂ ਰੋਕ ਨਹੀਂ ਸਕਦੇ, ਵਿਘਨ ਨਹੀਂ ਪਾ ਸਕਦੇ। ਜੇ ਇਹ ਕਰ ਰਹੇ ਸੀ ਬਾਰ-ਬਾਰ ਕਿਹਾ, ਤਾਂ ਇਸ ਦੇ ਵਿੱਚ ਐਡਾ ਵਾਇਲੈਂਸ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਜੋ ਕੀਤਾ ਉਹਨਾਂ ਨੇ। ਸ਼ਾਂਤਮਈ ਕਿਸਾਨ ਜਾਂਦੇ ਤਾਂ ਉੱਥੇ ਰੁਕ ਕੇ ਇੱਕ ਗਵਰਨਰ ਸਾਹਿਬ ਨੂੰ ਰੋਸ ਪੱਤਰੀ ਦੇਣਾ ਸੀ, ਹੋਰ ਤਾਂ ਕੋਈ ਕਾਰਵਾਈ ਹੈ ਨਹੀਂ ਸੀ। ਜੇ ਉੱਥੋਂ ਅਸੀਂ YPS ਚੌਕ ਤੋਂ 17-18 ਤੱਕ ਬਿਲਕੁਲ ਸ਼ਾਂਤਮਈ ਜਾ ਸਕਦੇ ਹਾਂ, ਉੱਥੇ ਕਿਸੇ ਨੂੰ ਕੋਈ ਕਿਸੇ ਨਾਲ ਵਿਘਨ ਨਹੀਂ ਪਿਆ, ਕੋਈ ਟ੍ਰੈਫਿਕ ਨਹੀਂ ਰੁਕੀ, ਕਿਸੇ ਨੂੰ ਕੋਈ ਸੱਟ ਨਹੀਂ ਮਾਰੀ, ਤਾਂ ਅੱਗੇ ਜਾ ਕੇ ਵੀ ਕੁਝ ਹੋਣ ਵਾਲਾ ਨਹੀਂ ਸੀ। ਇਸ ਲਈ ਇਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ, ਇਸ ਨੂੰ ਕੰਡੈਮ ਕਰਦੇ ਹਾਂ। ਇਹ ਗਲਤ ਹੈ, ਇਹ ਐਂਟੀ ਫਾਰਮਰ ਐਕਟ ਹੈ, ਐਂਟੀ ਡੈਮੋਕ੍ਰੈਟਿਕ ਹੈ, ਐਂਟੀ ਕਨਸਟੀਟਿਊਸ਼ਨ ਹੈ, ਪ੍ਰਵੋਕ ਕਰਨ ਵਾਲਾ ਸਿਚੁਏਸ਼ਨ। ਤਾਂ ਦੂਜਾ ਅਸੀਂ ਮੰਗ ਕਰਦੇ ਹਾਂ ਕਿ ਇਸ ਨੂੰ ਬਿਨਾਂ ਦੇਰੀ ਵਿਡਰਾ ਕੀਤੇ ਜਾਣ ਸਾਰੇ ਕੇਸ ਨੇ। ਪਹਿਲਾਂ ਸਾਡੇ ਉੱਪਰ ਸਿੰਘੂ ਬੜੇ ਕੇਸ ਇਸ ਕਿਸਮ ਦੇ ਕੀਤੇ, ਉਹ ਸਾਰੇ ਝੂਠੇ ਸਨ। ਝੂਠੇ ਮੈਂ ਇਸ ਕਰਕੇ ਕਹਿੰਦਾ ਵੀ ਜਦੋਂ ਅਸੀਂ ਬੇਲ ਕਰਾਈਆਂ, ਤੁਹਾਡੇ ਸਾਹਮਣੇ ਸਿੰਘੂ ਕਿ 307, 395, 397 ਵਰਗੀ ਧਾਰਾਵਾਂ ਲਾਈਆਂ ਸੀ, ਜਿਹੜੀਆਂ ਬੜੀਆਂ ਸੰਗੀਨ ਨੇ, ਨਾਨ ਬੇਲੇਬਲ ਨੇ, ਪਰ ਕੋਰਟਾਂ 'ਚ ਤਾਂ ਕਿਤੇ ਖੜੀਆਂ ਨਹੀਂ ਜਾ ਕੇ ਉਹ, ਕਿਉਂਕਿ ਨਾ ਤਾਂ ਕੋਈ ਕਿਸੇ ਦਾ ਕੋਈ ਐਕਟ ਸੀ, ਨਾ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਸੀ। ਧੜਾ ਧੜ ਸਾਰੇ ਜਿਹੜੇ ਕਿਸਾਨ ਆਗੂ ਵਰਕਰ ਸੀ, ਸਭ ਦੀਆਂ ਜ਼ਮਾਨਤਾਂ ਹੋ ਗਈਆਂ।
ਜੇ ਐਸੇ ਸੰਗੀਨ ਹੁੰਦੇ ਕਿਸੇ ਜ਼ਮਾਨਤ ਵੀ ਨਾ ਹੁੰਦੀ। ਇਸ ਲਈ ਸਿਮਿਲਰਲੀ ਇਹ ਨਾ ਇਹ ਕੋਰਟ ਜਾ ਕੇ 1 ਮਿੰਟ ਵੀ ਖੜਨ ਵਾਲੇ ਹੈ ਨਹੀਂ। FIR ਨਾ ਕੋਈ ਅਫੈਂਸ, ਨਾ ਹੀ ਕੋਈ ਸਰਕਾਰ ਪ੍ਰੂਵ ਕਰ ਸਕਦੀ ਹੈ, ਨਾ ਹੀ ਕੋਈ ਐਵੀਡੈਂਸ ਹੈ ਇਸ ਦੀ, ਨਾ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਹੈ। ਸੋ ਐਸਾ ਐਕਟ ਕਰਕੇ ਤੁਸੀਂ ਸ਼ਾਂਤਮਈ ਅੰਦੋਲਨ ਨੂੰ ਖਰਾਬ ਕਿਉਂ ਕਰਦੇ ਹੋ? ਸੋ ਸਾਡੀ ਬੇਨਤੀ ਹੈ, ਮੈਂ ਹੁਣ ਜ਼ਿਆਦਾ ਸਮਾਂ ਨਹੀਂ, ਬਰੀਫ ਦੇ ਵਿੱਚ, ਕਿ ਇਸ ਨੂੰ ਤੁਸੀਂ ਇਸ ਕਿਸਮ ਦੀਆਂ ਕਾਰਵਾਈਆਂ ਕਰੋਗੇ ਤਾਂ ਲੋਕਾਂ ਦੇ ਅੰਦਰ ਰਿਜ਼ੈਂਟਮੈਂਟ, ਐਂਗਰ ਜਿਹੜਾ ਪਹਿਲਾਂ ਹੀ ਉਹ ਹੋਰ ਜ਼ਿਆਦਾ ਵਧੂਗਾ ਤੇ ਸਿਚੁਏਸ਼ਨ ਨੂੰ ਖਰਾਬ ਕਰਨ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਤੇ ਹੋਵੇਗੀ। ਸੋ ਸਾਡੀ ਬੇਨਤੀ ਹੈ ਤੁਹਾਡੇ ਰਾਹੀਂ ਕਿ ਇਸ ਦੇ ਵਿੱਚ ਕਿਸੇ ਦੀ ਕੋਈ ਗ੍ਰਿਫਤਾਰੀ ਕੋਈ ਹੋਵੇ ਤਾਂ ਭੁੱਲ ਜਾਓ, ਸੋਚਣਾ ਹੀ ਨਹੀਂ ਚਾਹੀਦਾ, ਨਾ ਕਿਸੇ ਦੀ ਹੋਣ ਦੇਣੀ। ਇਸ ਦੇ ਵਿੱਚ ਕਿਸਾਨ ਆਗੂ ਹੋਣ, ਇਹਦੇ ਵਿੱਚ ਸੋਸ਼ਲ ਐਕਟਿਵਿਸਟ ਹੋਣ, ਇਹਦੇ ਵਿੱਚ ਕਲਾਕਾਰ ਹੋਣ, ਨੌਜਵਾਨ ਹੋਣ, ਕੋਈ ਇਸ ਦੇ ਵਿੱਚ ਸਿੰਗਰ ਹੋਣ, ਸਾਰੇ ਕਿਸਾਨਾਂ ਦੇ ਵਿੱਚ ਸ਼ਾਮਿਲ ਸੀ। ਕਿਸੇ ਦੀ ਗ੍ਰਿਫਤਾਰੀ ਦਾ ਸਵਾਲ ਨਹੀਂ, ਸਾਰਿਆਂ ਦੇ ਕੇਸਾਂ ਦੀ ਪੈਰਵਾਈ, ਸਾਰਿਆਂ ਨੂੰ ਜਿਹੜੀ ਲੀਗਲ ਰੈਮਡੀ ਹੈ ਉਹ ਅਸੀਂ ਪ੍ਰੋਵਾਈਡ ਕਰਾਂਗੇ। ਇੱਥੇ ਵੀ ਅਸੀਂ ਅੱਜ ਹੀ 4 ਵਜੇ ਇੱਕ ਹਾਈ ਕੋਰਟ ਦੇ ਵਕੀਲਾਂ ਦੀ ਮੀਟਿੰਗ ਹੋ ਰਹੀ ਹੈ ਸਾਡੀ, ਉਹਦੇ ਵਿੱਚ ਇੱਕ ਪੈਨਲ ਤਿਆਰ ਹੋਏਗਾ ਜਿਹੜਾ ਇਹਨਾਂ ਕੇਸਾਂ ਦੀ ਪੈਰਵਾਈ ਕਰੇਗਾ, ਫ੍ਰੀ ਸਰਵਿਸ ਪ੍ਰੋਵਾਈਡ ਕਰੇਗਾ ਸਾਰੇ ਕਿਸਾਨਾਂ ਨੂੰ, ਭਾਵੇਂ ਉਹਨਾਂ ਦੀ ਜ਼ਮਾਨਤਾਂ ਹੀ ਲੋੜ ਪਵੇ, ਉਹਨਾਂ ਦੇ ਟਰਾਇਲ ਦੀ ਲੋੜ ਪਵੇ। ਉਹ 4 ਵਜੇ ਮੀਟਿੰਗ ਕਰਕੇ ਅਸੀਂ ਉਸ ਤੋਂ ਬਾਅਦ ਰਿਲੀਜ਼ ਵੀ ਉਸ ਦੀ ਕਰਾਂਗੇ। ਸੋ ਇੰਨੀ ਮੈਂ ਬੇਨਤੀ ਕਰਨੀ ਸੀ ਤੁਹਾਡੇ ਰਾਹੀਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਸਾਥੀ ਮੁਕੇਸ਼ ਜੀ, ਇੱਕ ਮਿੰਟ ਜੀ, ਹਾਂਜੀ ਕਰ ਲੈਣ ਦਿਓ ਫਿਰ ਤੁਸੀਂ ਦੱਸੋ। ਸਭ ਤੋਂ ਪਹਿਲਾਂ ਤਾਂ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਭੰਗੂ ਸਾਹਿਬ ਨੇ 26 ਦੇ ਹੋਏ ਪਰਚਿਆਂ ਬਾਰੇ ਬਹੁਤ ਬਰੀਕੀ ਨਾਲ ਦੱਸਿਆ ਆ। ਸਰਕਾਰਾਂ ਜਿਹੜੀਆਂ ਪਹਿਲੇ ਦਿਨ ਤੋਂ ਹੀ ਜਿਉਂ ਅੰਦੋਲਨ ਸ਼ੁਰੂ ਹੋਇਆ ਇਹਨੂੰ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਗਤੀਵਿਧੀਆਂ ਕਰ ਰਹੀਆਂ। ਜਿੱਦਾਂ SSP ਸਾਹਿਬ ਤਾਂ ਬਿਆਨ ਦੇ ਰਹੇ ਆ ਵੀ ਜਿਹੜਾ ਅੰਦੋਲਨ ਆ ਕਿਸਾਨਾਂ ਨੇ ਬਹੁਤ ਕੋਆਪਰੇਟ ਕੀਤਾ ਤੇ ਸੰਪੂਰਨ ਢੰਗ ਨਾਲ ਸਹੀ ਹੋ ਕੇ ਉਹ ਪੂਰਾ ਹੋਇਆ। ਪਰ ਅਗਲੇ ਦਿਨ ਪਤਾ ਨਹੀਂ ਕਿੱਥੋਂ ਫੋਨ ਆ ਜਾਂਦਾ, ਪਤਾ ਲੱਗਦਾ ਸਾਡੇ ਕਲਾਕਾਰ ਸਾਥੀਆਂ ਤੇ ਨੌਜਵਾਨਾਂ ਤੇ ਕਿਸਾਨ ਆਗੂਆਂ ਦੇ ਪਰਚੇ ਦਰਜ ਹੋ ਜਾਂਦੇ ਆ। ਤੇ ਅਸੀਂ ਇਹ ਕੇਂਦਰ ਸਰਕਾਰ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਅੰਦੋਲਨ ਦੇ ਜਿਹੜੇ ਪੱਖ ਨੂੰ ਸਹੀ ਢੰਗ ਨਾਲ ਲਿਜਾਵੇ, ਨਾ ਕਿ ਇਹਨੂੰ ਵਿਗਾੜਨ ਵੱਲ ਲੈ ਕੇ ਜਾਵੇ। ਉਸ ਦਿਨ ਵੀ ਤੁਸੀਂ ਦੇਖੋ ਸਾਰਾ ਮੀਡੀਆ ਦੇ ਸਾਥੀ ਉੱਤੇ ਮੌਜੂਦ ਸੀ, ਸਾਰੇ ਆਗੂਆਂ ਨੇ ਗੁਰਦੁਆਰਾ ਅੰਬ ਸਾਹਿਬ ਸਾਰਿਆਂ ਨੂੰ ਦੱਸਿਆ ਵੀ ਆਪਾਂ ਪੀਸਫੁਲ ਚੱਲਣਾ। ਇਹੋ ਹੀ ਸਾਰਿਆਂ ਨੇ ਅਨਾਉਂਸਮੈਂਟ ਵਾਰ-ਵਾਰ ਕੀਤੀ, ਪਰ ਅਜੇ ਪਹਿਲੇ ਬੈਰੀਗੇਡ ਤੇ ਪਹੁੰਚੇ ਨਹੀਂ, ਨਾਲ ਹੀ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸਾਡੇ ਸ਼ਾਂਤੀਪੂਰਵਕ ਚੱਲਣ ਨਾਲ ਉਹਨਾਂ ਤੇ ਪਾਣੀ ਦੀਆਂ ਵਿਛਾੜਾਂ ਸ਼ੁਰੂ ਕਰ ਦਿੱਤੀਆਂ। ਥੋੜਾ ਜਿਹਾ ਉਹਨਾਂ ਦੇ ਵਿੱਚ ਕੁਝ ਰੋਸ ਵੀ ਲੋਕਾਂ ਦੇ ਵਿੱਚ ਸਾਡੇ ਕਿਸਾਨਾਂ 'ਚ ਆਇਆ, ਪਰ ਆਗੂਆਂ ਨੇ ਫਿਰ ਵੀ ਅੱਗੇ ਹੋ ਕੇ ਉਹਨਾਂ ਨੂੰ ਕੰਟਰੋਲ ਕਰਕੇ ਜਿੱਥੇ ਪ੍ਰਸ਼ਾਸਨ ਨੇ ਰੋਕਿਆ ਪੂਰਾ ਸ਼ਾਂਤੀਪੂਰਵਕ ਤਰੀਕੇ ਨਾਲ ਉੱਥੇ ਰੁਕੇ ਆ। ਤੇ DC ਸਾਹਿਬ ਨੂੰ ਅਸੀਂ ਮੰਗ ਪੱਤਰ ਰਾਜਪਾਲ ਜੀ ਨੂੰ ਭੇਜਿਆ ਰਾਸ਼ਟਰਪਤੀ ਜੀ ਦੇ ਨਾਂ। ਪਰ ਫਿਰ ਵੀ ਤੁਸੀਂ ਦੇਖੋ ਇਹ ਸਰਕਾਰਾਂ ਕੀ ਕਰ ਰਹੀਆਂ। ਜਿਹੜਾ ਵੀ ਕੋਈ ਅੰਦੋਲਨ ਨੂੰ ਸਪੋਰਟ ਕਰ ਰਿਹਾ ਆ, ਕਦੀ ਸਾਡੇ ਉਹ ਕਲਾਕਾਰ ਵੀਰਾਂ ਤੇ, ਕਦੀ ਨੌਜਵਾਨਾਂ ਤੇ, ਇੱਥੋਂ ਤੱਕ ਕਈ ਮੀਡੀਆ ਵਾਲੇ ਵੀਰਾਂ ਨੂੰ ਵੀ ਨੋਟਿਸ ਆ ਜਾਂਦੇ ਆ। ਕੋਈ ਸਾਡਾ ਟਰਾਂਸਪੋਰਟ ਸਾਨੂੰ ਕੋਈ ਨਾਲ ਸਾਡੀ ਹੈਲਪ ਕਰਦਾ ਆ, ਉਹਨਾਂ ਨੂੰ ਵੀ ਪਰੇਸ਼ਾਨ ਕਰਨ ਲੱਗ ਪੈਂਦੇ ਆ। ਤੋ ਅਸੀਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਸਰਕਾਰ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਵੀ ਇਦਾਂ ਦੀ ਜਿਹੜੀ ਧੱਕੇਸ਼ਾਹੀ ਆ ਇਹ ਬੰਦ ਕੀਤੀ ਜਾਵੇ ਤੇ ਜਿਹੜੇ 26 ਨੂੰ ਸਾਰੇ ਕਿਸਾਨਾਂ ਤੇ ਕਲਾਕਾਰਾਂ ਤੇ ਨੌਜਵਾਨਾਂ ਤੇ ਪਰਚੇ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਤੇ ਅਸੀਂ ਉਹਨਾਂ ਦੀ ਸੰਯੁਕਤ ਮੋਰਚੇ ਵੱਲੋਂ ਪੂਰੀ ਤਰ੍ਹਾਂ ਨਿੰਦਿਆ ਕਰਦੇ ਹਾਂ ਜੀ। ਹਾਂਜੀ ਜੋ ਕੁਝ ਜੀ ਅੱਜ ਵੈਸੇ ਤਾਂ ਮੀਡੀਆ ਵਾਲੇ ਪੱਤਰਕਾਰ ਵੀਰੋ ਤੁਹਾਡਾ ਸਭ ਦਾ ਧੰਨਵਾਦ। ਤੁਸੀਂ ਬੜੇ ਲੰਬੇ ਸਮੇਂ ਤੋਂ ਸਾਡਾ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾ ਰਹੇ ਹੈ। ਜੋ ਕੁਝ ਮੀਟਿੰਗ ਦੇ ਵਿੱਚ ਸਾਡੇ ਨਾਲ ਹੋਇਆ ਸੀ ਉਹ ਇਹ ਤੈਅ ਸੀ ਕਿ ਕੋਈ ਬੈਰੀਕੇਡ ਨਹੀਂ ਲਾਇਆ ਜਾਊਗਾ ਤੇ ਸਾਡੀ ਇਹ ਡਿਮਾਂਡ ਸੀ ਕਿ ਅਸੀਂ ਵੀ ਪ੍ਰਸ਼ਾਸਨ ਦੇ ਨਾਲ ਦੇ ਸ਼ਹਿਰੀ ਹਾਂ, ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਸਾਡਾ ਸਿਰਫ ਇਹ ਰੋਸ ਪੱਤਰ ਦੇਣ ਦਾ ਇੱਕ ਧਰਨਾ ਗਾ, ਕੋਈ ਤੋੜ-ਫੋੜ ਕਿਸੇ ਵੀ ਤਰ੍ਹਾਂ ਦੀ ਅਸੀਂ ਨਹੀਂ ਕਰਾਂਗੇ, ਪੂਰੇ ਸਬਰ ਦੇ ਨਾਲ ਜਾਵਾਂਗੇ। ਤੇ ਜੇ ਤੁਸੀਂ ਵੀਡੀਓ ਵਾਇਰਲ ਹੁੰਦੀਆਂ ਦੇਖੋਗੇ ਤਾਂ ਪਾਣੀ ਗੇਰਨ ਤੋਂ ਬਾਅਦ ਸਾਡੇ ਨੌਜਵਾਨ ਦੇ 2-3 ਪੁਲਿਸ ਵਾਲੇ ਡੰਡੇ ਮਾਰ ਰਹੇ ਹੈ, ਲੇਕਿਨ ਉਹ ਸ਼ਰੇਆਮ ਖੜਿਆ, ਉਹਨੇ ਹੱਥ ਨਹੀਂ ਚੱਕਿਆ। ਨਹੀਂ ਜਿੰਨੀ ਪਬਲਿਕ ਦੀ ਪੁਲਿਸ ਦੇ ਤਾਂ ਇੱਕ ਮੂਹਰੇ ਲਾ ਲੈਂਦੇ ਅਸੀਂ ਜੋ ਮਰਜ਼ੀ ਕਰਦੇ। ਇੱਕ ਬਜ਼ੁਰਗ ਦੇ ਡੰਡੇ ਮਾਰੇ, ਪੂਰਾ ਪਾਣੀ ਨਾਲ ਭੇਜਿਆ, ਉਹ ਵੀ ਵੀਡੀਓ ਵਾਇਰਲ ਹੋ ਰਹੀ ਹੈ, ਕਿਸੇ ਨੇ ਕੋਈ ਵਿਰੋਧ ਨਹੀਂ ਕਰਿਆ। ਅਸੀਂ 10 ਕਿਲੋਮੀਟਰ ਤੁਰ ਕੇ ਗਏ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਸ ਸਾਡੇ ਜਿਹੜਾ ਰੋਸ ਮਾਰਚ ਸੀ ਇਹ ਇੱਕ ਮਿਸਾਲ ਬਣ ਜਾਂਦਾ ਕਿ ਅਗਰ ਕਿਸੇ ਗਰੁੱਪ ਨੂੰ ਕੋਈ ਰੋਸ ਪੱਤਰ ਹੈ, ਕੋਈ ਕਿਸੇ ਤਰ੍ਹਾਂ ਦਾ ਧਰਨਾ ਦੇਣਾ, ਐਦਾਂ ਸ਼ਾਂਤੀ ਨਾਲ ਆਓ, ਨਾ ਪੁਲਿਸ ਨੂੰ ਕੋਈ ਪੰਗਾ, ਨਾ ਐਡਮਿਨਿਸਟ੍ਰੇਸ਼ਨ, ਨਾ ਕਿਸੇ ਪਬਲਿਕ ਨੂੰ ਤਕਲੀਫ ਹੋਵੇ ਤੇ ਅੱਗੇ ਵਾਸਤੇ ਇਹ ਇੱਕ ਐਗਜ਼ਾਮਪਲ ਬਣ ਜਾਂਦੀ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਪਲਾਨਿੰਗ, ਸਾਡਾ ਸਬਰ, ਸਾਡੇ ਸੰਤੋਖ ਨੂੰ ਭੜਕਾਇਆ ਗਿਆ ਬਿਨਾਂ ਵਜ੍ਹਾ ਤੋਂ। ਸਾਡੇ ਤੇ ਜਦ ਸਾਰਾ ਕੁਝ ਮੁਕੰਮਲ ਹੋ ਗਿਆ ਉਦੋਂ ਸਾਨੂੰ ਵਧਾਈਆਂ ਦਿੱਤੀਆਂ ਗਈਆਂ। ਰਾਜੇਵਾਲ ਸਾਹਿਬ, ਭੰਗੂ ਸਾਹਿਬ ਜਿਨ੍ਹਾਂ ਦੇ ਕੋਲ ਸਾਡਾ ਰੋਸ ਪੱਤਰ ਸੀ, ਇਹਨਾਂ ਨੂੰ ਬੁਲਾ ਕੇ ਉੱਥੇ ਦਿੱਤਾ ਗਿਆ। DC ਸਾਹਿਬ ਮੈਂ ਉੱਥੇ ਮੌਜੂਦ ਸੀ ਮੌਕੇ ਤੇ,
ਉਹਨਾਂ ਨੇ ਵੀ ਉਦੋਂ ਵਧਾਈਆਂ ਦਿੱਤੀਆਂ ਵੀ ਤੁਹਾਡਾ ਧੰਨਵਾਦ, ਬੜੇ ਸ਼ਾਂਤੀ ਦੇ ਨਾਲ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਹੈ ਇਹਨੂੰ ਸੰਭਾਲਿਆ। ਲੇਕਿਨ ਜਦੋਂ ਦੂਸਰੇ ਦਿਨ ਇਹ ਪਤਾ ਲੱਗਿਆ ਸਾਨੂੰ ਅਖਬਾਰਾਂ ਤੋਂ, ਸੋਸ਼ਲ ਮੀਡੀਆ ਤੋਂ, ਟੀਵੀ 'ਤੇ ਖਬਰਾਂ ਆਈਆਂ, ਤਾਂ ਸਾਡੀ ਗਮੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਿ ਜੋ ਕੁਛ ਵੀ ਸਾਡੇ ਨਾਲ ਪ੍ਰਸ਼ਾਸਨ ਨੇ ਕੀਤਾ ਉਹ ਸਾਨੂੰ ਇਹ ਆਜ਼ਾਦ ਭਾਰਤ ਦੇ ਸ਼ਹਿਰੀਓ ਨਹੀਂ ਸਮਝਦੇ। ਮੈਂ ਤਾਂ ਬਸ ਇਹੀ ਕਹਾਂਗਾ ਕਿ ਕਿਆ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਦੋਂ ਸਾਡਾ ਮਤਦਾਨ ਯਾਨੀ ਮਤ ਅਸੀਂ ਇਹਨਾਂ ਨੂੰ ਆਪਣੀ ਦਾਨ 'ਚ ਦੇ ਦਿੰਦੇ ਹਾਂ, ਕਿਆ 5 ਸਾਲ ਵਾਸਤੇ ਅਸੀਂ ਮਤ ਵੀ ਹੁਣੇ ਹੋ ਜਾਂਦੇ ਹਾਂ, ਜਾਂ ਸਿਰਫ ਵੋਟਾਂ ਤੋਂ 2 ਮਹੀਨੇ ਪਹਿਲਾਂ ਹੀ ਅਸੀਂ ਸੂਝਵਾਨ ਸਿਆਣੇ ਵੋਟਰ ਬਣ ਜਾਂਦੇ ਹਾਂ ਤੇ ਬਾਕੀ ਦਿਨ ਸਾਡੇ ਕੋਲ ਸੂਝ ਨਹੀਂ ਹੁੰਦੀ। ਸਾਡੀ ਸੂਝਬੂਝ ਸਾਡੇ ਨਾਲ ਹੁੰਦੀ ਹੈ, ਜੋ ਕੁਛ ਵੋਟਾਂ ਦੇ ਟਾਈਮ ਉਸੇ ਤਰ੍ਹਾਂ ਹੁੰਦੀ ਹੈ। 7 ਮਹੀਨੇ ਦਾ ਸਾਡਾ ਰਿਕਾਰਡ ਹੈ ਕਿ ਅਸੀਂ ਕੋਈ ਵੀ ਮਾੜੀ ਘਟਨਾ ਨਹੀਂ ਹੋਣ ਦਿੱਤੀ। ਇੱਥੇ ਵੀ ਸਾਡਾ ਇਹ ਰਿਕਾਰਡ ਬਣ ਜਾਣਾ ਸੀ ਅਗਰ ਪ੍ਰਸ਼ਾਸਨ ਸਾਡੇ ਨਾਲ ਇਹ ਧੱਕੇਸ਼ਾਹੀ ਨਾ ਕਰਦਾ। ਸੋ ਖੈਰ ਫਿਰ ਵੀ ਮੈਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਾਂਗਾ ਕਿ ਅਜੇ ਵੀ ਤੁਸੀਂ ਇਸ ਗਲਤੀ ਨੂੰ ਸੁਧਾਰ ਦਿਓ, ਇਸ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਕੋਈ ਹੋਰ ਸਖਤ ਕਦਮ ਚੁੱਕਣਾ ਪਵੇ। ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਤਾਂ ਕਿ ਸਾਰੇ ਆਪਣੇ ਸ਼ਾਂਤੀ ਨਾਲ ਆਪਣੇ ਆਪਣੇ ਮੰਜ਼ਿਲ ਵੱਲ ਅੱਗੇ ਵਧਣ, ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਧੰਨਵਾਦ। ਜੰਗਵੀਰ ਸਿੰਘ। ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਸੰਘਰਸ਼, ਸ਼ਾਂਤਮਈ ਧਰਨਾ ਚੱਲ ਰਿਹਾ। ਇਹ ਸਰਕਾਰ ਵੱਲੋਂ ਕੋਈ ਗੱਲ ਨਾ ਸੁਣਦੇ ਦੇਖਦੇ, ਕੋਈ ਹੱਲ ਨਾ ਕੱਢਦੇ ਦੇਖਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਹੜਾ 26 ਜੂਨ ਨੂੰ ਖੇਤੀ ਬਚਾਓ ਤੇ ਲੋਕਤੰਤਰ ਬਚਾਓ ਦਿਵਸ ਅਸੀਂ ਮਨਾਉਣਾ ਆ, ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਰੋਸ ਪੱਤਰ ਜਿਹੜਾ ਆ ਗਵਰਨਰ ਜੀ ਨੂੰ ਦੇਣਾ ਆ, ਰਾਜਪਾਲ ਜੀ ਨੂੰ ਦੇਣਾ ਆ ਗਵਰਨਰ ਹਾਊਸ ਜਾ ਕੇ, ਤੇ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆ ਰੋਸ ਮਾਰਚ ਕਰਦੇ ਉੱਥੇ ਪਹੁੰਚਣਾ ਹੈ ਤੇ ਰੋਸ ਪੱਤਰ ਜਿਹੜਾ ਆ ਆਪਣੇ ਰਾਜਪਾਲ ਜੀ ਨੂੰ ਦੇਣਾ ਆ। ਪਰ ਹੋਇਆ ਵੀ ਇਸੇ ਤਰ੍ਹਾਂ, ਅੰਬ ਸਾਹਿਬ ਗੁਰਦੁਆਰੇ ਸਾਰੇ ਇਕੱਠੇ ਹੋਏ, ਜਿਸ ਤਰ੍ਹਾਂ ਬੜੇ ਬਰੀਫ ਦੇ ਵਿੱਚ ਸਾਡੇ ਐਡਵੋਕੇਟ ਪ੍ਰੇਮ ਸਿੰਘ ਜੀ ਭੰਗੂ ਜੀ ਨੇ ਦੱਸਿਆ ਕਿ ਉੱਥੇ ਸ਼ਾਂਤਮਈ ਢੰਗ ਦੇ ਨਾਲ ਇਕੱਠੇ ਹੋਏ ਔਰ ਸ਼ਾਂਤਮਈ ਢੰਗ ਦੇ ਨਾਲ ਰੋਸ ਮਾਰਚ ਕਰਦੇ ਜਦੋਂ ਅਸੀਂ ਪੰਜਾਬ ਦੀ ਹੱਦ ਤੋਂ ਅਸੀਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਲੱਗੇ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਸ ਤਰ੍ਹਾਂ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ, ਧੱਕੇਸ਼ਾਹੀ ਕੀਤੀ ਗਈ, ਰੋਕਣ ਦੀ ਕੋਸ਼ਿਸ਼ ਕੀਤੀ ਗਈ, ਬੈਰੀਕੇਡ ਲਗਾ ਦਿੱਤੇ ਗਏ। ਸਾਡਾ ਸੰਵਿਧਾਨਿਕ ਹੱਕ ਆ, ਅਸੀਂ ਰੋਸ ਮੁਜ਼ਾਹਰੇ ਕਰਨਾ ਜਾਂ ਰੋਸ ਪੱਤਰ ਦੇਣਾ ਜਾਂ ਮੰਗ ਪੱਤਰ ਦੇਣਾ, ਉਹ ਸਾਡਾ ਹੱਕ ਆ। ਅਸੀਂ ਤਾਂ ਇਹ ਚਾਹੁੰਦੇ ਸੀ ਕਿ ਅਸੀਂ ਜਿਹੜੀ ਆਪਣੀ ਆਵਾਜ਼ ਆ ਉਹ ਆਪਣੇ ਰਾਸ਼ਟਰਪਤੀ ਜੀ ਤੱਕ ਪਹੁੰਚਾਈਏ ਤਾਂ ਜੋ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਹੋਵੇ। ਪਰ ਸਾਨੂੰ ਉੱਥੇ ਜਾਣ ਤੋਂ ਵੀ, ਸਾਡੀ ਰਾਜਧਾਨੀ ਜਿਹੜੀ ਚੰਡੀਗੜ੍ਹ ਆ, ਉੱਥੇ ਜਾਣ ਤੋਂ ਵੀ ਰੋਕਿਆ ਗਿਆ, ਬੈਰੀਕੇਡ ਲਗਾ ਦਿੱਤੇ ਗਏ। ਪਰ ਕਿਤੇ ਨਾ ਕਿਤੇ ਜਿਹੜੀ ਆ ਸਰਕਾਰ ਆ ਉਹ ਇਸ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਆ, ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਅੰਦੋਲਨ ਚੱਲ ਰਿਹਾ ਆ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸਿੱਧੇ ਤਰ੍ਹਾਂ ਇਹ ਅੱਜ ਪਤਾ ਲੱਗ ਗਿਆ ਫਿਰ ਦੁਬਾਰਾ 26 ਜੂਨ ਨੂੰ ਆਪ ਸਾਰਿਆਂ ਨੇ ਦੇਖਿਆ। ਪਰ ਸਰਕਾਰ ਵੱਲੋਂ ਅਚਨਚੇਤ ਹੀ ਜਿਸ ਤਰ੍ਹਾਂ ਇਹ ਪਰਚੇ ਕੀਤੇ ਗਏ, ਬੁੱਧੀਜੀਵੀਆਂ ਤੇ ਕੀਤੇ ਆ, ਸਮਾਜ ਸੇਵਕਾਂ ਤੇ ਕੀਤੇ, ਕਲਾਕਾਰਾਂ ਤੇ ਕੀਤੇ, ਕਿਸਾਨ ਆਗੂਆਂ ਤੇ ਕੀਤੇ, ਕੋਈ ਬਣਦੇ ਨਹੀਂ ਸੀਗੇ। ਬੜਾ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੋਇਆ, ਕਿਸੇ ਸਰਕਾਰੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਸੇ ਪ੍ਰਾਈਵੇਟ ਪ੍ਰਾਪਰਟੀ ਕਿਸੇ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਭੰਨ ਤੋੜ ਨਹੀਂ ਕੀਤੀ। ਸ਼ਾਂਤਮਈ ਢੰਗ ਦੇ ਨਾਲ ਜਿਹੜਾ ਰੋਸ ਮੁਜ਼ਾਹਰਾ ਅਸੀਂ ਕੀਤਾ ਆ, ਜਿੱਥੇ ਪ੍ਰਸ਼ਾਸਨ ਨੇ ਰੋਕਿਆ ਉੱਥੇ ਅਸੀਂ ਕਿਸਾਨ ਲੀਡਰ ਸਾਰੇ ਮੋਹਰੇ ਸੀ, ਅਸੀਂ ਉੱਥੇ ਰੁਕ ਗਏ ਤੇ ਬਕਾਇਦਾ ਉੱਥੇ ਡੀਸੀ ਸਾਹਿਬ ਆਏ ਔਰ ਉਹਨਾਂ ਨੂੰ ਆਪਾਂ ਆਪਣਾ ਰੋਸ ਪੱਤਰ ਦੇ ਕੇ ਅਸੀਂ ਵਾਪਸ ਆ ਗਏ। ਪਰ ਅਸੀਂ ਤਾਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਕਿ ਜਿਹੜੇ ਪਰਚੇ ਦਰਜ ਕੀਤੇ ਗਏ ਆ, ਇੱਕ ਧੱਕਾ ਕਰ ਰਹੀ ਹੈ ਸਰਕਾਰ, ਪ੍ਰਸ਼ਾਸਨ ਦੀ ਧੱਕਾ ਕਰ ਰਿਹਾ ਆ, ਇਹ ਬੰਦ ਹੋਣਾ ਚਾਹੀਦਾ ਹੈ। ਜਿੰਨੇ ਵੀ ਇਹ ਪਰਚੇ ਸਾਡੇ ਕਲਾਕਾਰਾਂ ਤੇ ਹੋਏ ਆ, ਕਿਸਾਨ ਆਗੂਆਂ ਤੇ ਹੋਏ ਆ, ਜਾਂ ਸਾਡੇ ਹੋਰ ਜਿੰਨੇ ਵੀ ਬੁੱਧੀਜੀਵੀ ਜਾਂ ਆਮ ਲੋਕ ਸਾਡੇ ਕਿਸਾਨ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ, ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਜਲਦੀ ਤੋਂ ਜਲਦੀ ਰੱਦ ਹੋਣ। ਨਹੀਂ ਤਾਂ ਜਿਸ ਤਰ੍ਹਾਂ ਸਾਡੀ ਥੋੜੇ ਦਿਨਾਂ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੀ ਇੱਕ ਜਾਂ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਮੀਟਿੰਗ ਸਿੰਘੂ ਮੋਰਚੇ ਤੇ ਅਸੀਂ ਕਰਦੇ ਹਾਂ, ਉਹਦੇ ਵਿੱਚ ਜੇਕਰ ਉਦੋਂ ਤੱਕ ਇਹ ਪਰਚੇ ਰੱਦ ਨਾ ਹੋਏ ਤਾਂ ਅਸੀਂ ਮਜਬੂਰਨ ਕੋਈ ਨਾ ਕੋਈ ਸਰਕਾਰ ਦੇ ਖਿਲਾਫ ਜਾਂ ਇਹਨਾਂ ਦੇ ਖਿਲਾਫ ਕੋਈ ਵੱਡਾ ਐਕਸ਼ਨ ਲੈਣ ਵਾਸਤੇ ਇਹਦੇ ਵਿੱਚ ਹੀ ਹਾਂਜੀ ਹਾਂਜੀ ਬੰਦੂ ਸਾਹਿਬ, ਹਾਂਜੀ। ਕੱਲ ਕੁਛ ਕਲਾਕਾਰਾਂ ਵੱਲੋਂ ਕਿਹਾ ਗਿਆ, ਜਿਹਦੇ ਵਿੱਚ ਜਸ ਬਾਜਵਾ ਤੇ ਸੋਨੀਆ ਮਾਨ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਚੰਡੀਗੜ੍ਹ ਆਏ ਵੀ ਨਹੀਂ, ਚੰਡੀਗੜ੍ਹ ਦੀ ਹੱਦ ਤੱਕ ਨਹੀਂ ਅਸੀਂ ਪਹੁੰਚੇ, ਅਸੀਂ ਪੰਚਕੂਲਾ ਗੁਰਨਾਮ ਸਿੰਘ ਝੜੂਣੀ ਜੀ ਦੇ ਨਾਲ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀਗੇ ਤੇ ਸਾਡੇ ਉੱਤੇ ਸੈਕਟਰ 17 ਥਾਣੇ ਦੇ ਵਿੱਚ ਮਾਮਲਾ ਕਿਵੇਂ ਦਰਜ ਕਰ ਦਿੱਤਾ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਝੂਠੇ ਪਰਚੇ, ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਝੂਠੇ ਪਰਚੇ ਸਿਰਫ ਇਸ ਲਈ ਕੀਤਾ ਗਿਆ ਕਿ ਅਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਾਂ। ਠੀਕ ਹੈ, ਬਿਲਕੁਲ ਹੈ ਨਹੀਂ ਉਹ ਇਹ ਸਰ। ਅਸੀਂ ਕਹਿੰਦੇ ਵੀ ਸਾਰੇ ਝੂਠੇ ਪਰਚੇ, ਸਾਰੇ ਸ਼ਾਂਤਮਈ ਗਏ ਨੇ। ਮੈਂ ਤਾਂ ਬੀਇੰਗ ਐਡਵੋਕੇਟ ਜਿਹੜੇ ਅਫੈਂਸ ਉਹਨਾਂ ਨੇ ਲਾਏ ਨੇ, ਵੀ ਅਫੈਂਸ ਬਣਦਾ ਕਿਸ ਤਰ੍ਹਾਂ ਮੈਂ ਐਕਸਪਲੇਨ ਕੀਤਾ। ਇਹਨਾਂ ਰਾਹੀਂ ਕੋਈ ਅਫੈਂਸ ਬਣਦਾ ਹੈ ਨਹੀਂ।
ਹੁਣ ਜੇ ਕਹੋ ਕਿਸੇ ਦੀ ਵਰਦੀ ਪਾੜੀ ਗਈ, ਕੋਈ ਦੇਖਿਆ ਆਪਾਂ ਨੇ ਕੌਂਸਲ ਕਿਸੇ ਵਰਦੀ ਪਾੜੀ ਮਿਲਿਆ ਹੋਵੇ, ਕਿਸੇ ਨੇਮ ਪਲੇਟ ਤਾਰੀ ਹੋਵੇ, ਕਿਸੇ ਨੂੰ ਸੱਟ ਲੱਗੀ ਹੋਵੇ? ਕੋਈ ਨਹੀਂ ਮਿਲਿਆ ਹੈ। ਇਹ ਆਫੈਂਸ ਵਿੱਚ ਲਾਇਆ। ਔਰ ਰਾਈਟਿੰਗ ਹੁੰਦੀ ਹੈ ਵੀ ਨੰਗੀਆਂ ਤਲਵਾਰਾਂ ਹਥਿਆਰ ਲੈ ਕੇ ਸ਼ਹਿਰ ਦੇ ਵਿੱਚ ਅਸੀਂ ਬਦਮ ਨਹੀਂ ਖਿਲਾ ਰਹੇ ਹਾਂ। ਕੋਈ ਐਸਾ ਨਜ਼ਰ ਆਇਆ ਕਿਤੇ? ਕੋਈ ਵੀ ਨਹੀਂ ਸੀ ਕਿਤੇ। ਕਿਸੇ ਪੁਲਿਸ ਮੁਲਾਜ਼ਮ ਨੂੰ ਇਲੀਗਲੀ ਅਸੀਂ ਡਿਟੇਨ ਕੀਤਾ, ਕਿਤੇ ਫੜ ਕੇ ਰੱਖਿਆ ਹਿਰਾਸਤ ਦੇ ਵਿੱਚ, ਕੋਈ ਨਹੀਂ ਆਇਆ। ਇਹਨੂੰ 341 ਕਹਿੰਦੇ, ਇਲੀਗਲ ਕਨਫਾਈਨਮੈਂਟ ਹੈ, ਕਿਸੇ ਨੂੰ ਰੋਂਗਫੁਲੀ ਕਨਫਾਈਨ ਕਰਨਾ। ਅੱਜ ਤੱਕ ਪੁਲਿਸ ਮੁਲਾਜ਼ਮ ਕਿਸੇ ਨੂੰ ਛੇੜਿਆ ਨਹੀਂ, ਉਸ ਦਾ ਸਤਿ ਸ੍ਰੀ ਅਕਾਲ ਬੁਲਾਉਂਦੇ ਰਹੇ ਸਭ ਨੂੰ, ਕੋਈ ਐਸੀ ਗੱਲ ਹੀ ਨਹੀਂ ਸੀ। ਪਰ ਐਸੇ ਸੰਗੀਨ ਧਾਰਾਵਾਂ 'ਚ ਪਰਚੇ ਦਰਜ ਕਰਨਾ, ਮੈਂ ਕਹਿੰਦਾ ਵੀ ਬੜੇ ਰਾਨੀ ਹੈ। ਚਲੋ ਕੁਝ ਐਕਟ ਹੋਵੇ, ਦੇਖੋ ਕ੍ਰਿਮੀਨਲ ਲਾ ਇਹ ਕਹਿੰਦਾ ਹੈ ਨਾ ਵੀ ਜਦ ਤੱਕ ਤੁਸੀਂ ਐਕਟ ਨਹੀਂ ਕਰਦੇ ਤਾਂ ਅਫੈਂਸ ਨਹੀਂ ਬਣਦਾ। ਅਸੀਂ ਤਾਂ ਐਕਟ ਕੀਤਾ ਹੀ ਨਹੀਂ, ਜੇ ਐਕਟ ਨਹੀਂ ਕੀਤਾ ਤਾਂ ਅਫੈਂਸ ਕਿੱਥੋਂ ਬਣਿਆ ਇਹ? ਇਸ ਲਈ ਬਿਲਕੁਲ ਗਲਤ ਹੈ। ਪਰ ਦੂਜੇ ਪਾਸੇ ਜਸਬਾਜ ਉਸ ਲੋਕੇਸ਼ਨ ਤੇ ਮੌਜੂਦ ਨਹੀਂ ਸੀ ਜਿਹੜੇ ਲੋਕੇਸ਼ਨ ਤੇ ਉਹਨਾਂ ਤੇ ਪਰਚਾ ਕੀਤਾ ਗਿਆ ਹੈ। ਇਸ ਲਈ ਮੈਂ ਕਹਿੰਦਾ ਵੀ ਨਜਾਇਜ਼ ਕਿਤੇ ਝੂਠੇ ਪਰਚੇ ਹੈ। ਕੋਈ ਹਾਜ਼ਰ ਸੀ, ਕੋਈ ਨਹੀਂ ਸੀ। ਜਿਹੜੇ ਹਾਜ਼ਰ ਸੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ, ਮੈਂ ਤਾਂ ਉਸ ਤੋਂ ਵੀ ਅੱਗੇ ਹਾਂ। ਜਿਹੜੇ ਹਾਜ਼ਰ ਨੇ ਉਹ ਤਾਂ ਝੂਠੇ ਹੈ ਹੀ ਹੈ। ਜਿਹੜੇ ਹਾਜ਼ਰ ਸੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਦੇ ਵਰ ਆਲਸੋ ਵਿਦਨ देयर ਲਿਮਿਟਸ। ਸਾਡਾ ਜਮਹੂਰੀ ਹੱਕ ਹੈ।